ਅੱਖ ਤੋਂ ਦਰਸ਼ਨ ਸੁੱਤੇ ਲੋਕੀ ਬੜੀ ਤਰ੍ਹਾਂ ਦਾ ਕਰਦੇ ਨੇ। ਅੱਖ ਤੋਂ ਦਰਸ਼ਨ ਸੁੱਤੇ ਲੋਕੀ ਬੜੀ ਤਰ੍ਹਾਂ ਦਾ ਕਰਦੇ ਨੇ, ਪਰ ਅਨੁਭਵ ਦੀ ਅੱਖ ਥਾਣੀ ਹੈ ਦੀਦਾਰ ਉਤਰਦਾ ਉਦੋਂ ਜਦੋਂ ਨੈਣ ਧਿਆਨ ਮੂਲ ਦਾ ਧਰਦੇ ਨੇ। ਵਿਗਿਆਨੀ ਹੋਣ ਜਾਂ ਗਿਆਨੀ ਨੇਤਰ, ਬਿਨ ਖੁਦ ਦੀ ਪਹਿਚਾਣ ਤੋਂ ਸਭ ਖੁਦੀ ਦੇ ਕਰਦੇ ਨੇ। ਮਨਬੀਰ ਸਦਾ ਨਿਰਮਲ ਤੇ ਬੇਦਾਗ ਨੇ ਦੀਦੇ ਉਹਨਾਂ ਦੇ, ਨੂਰ ਜਿਨ੍ਹਾਂ ਚੋਂ ਵਰਦੇ ਨੇ, ਨੂਰ ਜਿਨ੍ਹਾਂ ਚੋਂ ਵਰਦੇ ਨੇ। ਚੈਨਲ ਤੋਂ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਜਿਸ ਪਹਿਲੂ ਨੂੰ ਅੱਜ ਦੇ ਸੁਗੜ ਵਿਚਾਰ ਰਾਹੀਂ ਅਸੀਂ ਆਪ ਜੀ ਨਾਲ ਸਾਂਝਾ ਕਰਨ ਲੱਗੇ ਹਾਂ, ਉਹ ਪਹਿਲੂ ਆ ਗਿਆਨ ਦ੍ਰਿਸ਼ਟੀ। ਸਧਾਰਨ ਲਫ਼ਜ਼ਾਂ ਵਿੱਚ ਜੇਕਰ ਦ੍ਰਿਸ਼ਟੀ ਨੂੰ ਪਰਿਭਾਸ਼ਿਤ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਭੌਤਿਕਤਾ ਦਾ ਉਹ ਹਰ ਮੰਜ਼ਰ ਜੋ ਭੌਤਿਕ ਅੱਖਾਂ ਦੀ ਨਜ਼ਰੇ ਚੜ੍ਹ ਜਾਂਦਾ ਹੈ, ਜਾਂ ਨਜ਼ਰ ਦਾ ਉਹ ਸ੍ਰਿਸ਼ਟ ਨਜ਼ਾਰਾ ਜੋ ਇਹਨਾਂ ਅੱਖਾਂ ਦੀ ਨਜ਼ਰੇ ਚੜ੍ਹ ਅੱਖਾਂ ਦੀ ਦ੍ਰਿਸ਼ਟਤਾ ਵਿੱਚ ਆ ਜਾਂਦਾ ਹੋਵੇ। ਅੱਖ ਦੀ ਨਜ਼ਰ ਜਿੱਥੋਂ ਤੱਕ ਨਿਹਾਰ ਸਕਦੀ ਹੋਵੇ, ਉਹ ਭੌਤਿਕਤਾ ਦ੍ਰਿਸ਼ਟ ਰੂਪ ਦਾ ਹੀ ਹਿੱਸਾ ਕਹਾਉਂਦੀ ਹੈ। ਦ੍ਰਿਸ਼ਟਮਾਨ ਨਜ਼ਾਰੇ ਨੂੰ ਆਪਣੀ ਨਜ਼ਰੇ ਨਿਹਾਰਦੀ ਇਹ ਅੱਖ ਰੰਗ ਬਿਰੰਗੀ ਭਾਂਤੋ ਭਾਂਤੀ ਕਈ ਰੰਗਾਂ ਦੀ ਰੰਗੀਨਤਾ ਵਿੱਚ ਰੰਗੀ, ਵੱਖੋ ਵੱਖਰੇ ਆਕਾਰਾਂ ਨਾਲ ਸ਼ਿੰਗਾਰੀ ਨਦੀਆਂ, ਦਰਿਆਵਾਂ, ਸਮੁੰਦਰਾਂ, ਪਹਾੜਾਂ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠੀ। ਹਰ ਜੀਅ ਜੰਤ ਨੂੰ ਆਪਣੀ ਝੋਲੀ ਵਿੱਚੋਂ ਉਹਨਾਂ ਦੇ ਜੀਵਨ ਪ੍ਰਤੀ ਆਹਾਰ ਪੈਦਾ ਕਰ ਦਿੰਦੀ ਇਸ ਪੂਰੀ ਕੁਦਰਤ ਕਾਇਨਾਤ ਦਾ ਸਾਹਮਣੇ ਦੇਖਦਾ ਅੱਖ ਦੀ ਦ੍ਰਿਸ਼ਟੀ ਨਾਲ ਨਿਹਾਰਿਆ ਜਾਣ ਵਾਲਾ ਪੱਖ ਦ੍ਰਿਸ਼ਟ ਦਾ ਹਿੱਸਾ ਹੈ। ਪਰ ਦ੍ਰਿਸ਼ਟੀ ਸਿਰਫ ਸਾਹਮਣੇ ਨਿਹਾਰਨ ਤੱਕ ਹੀ ਸੀਮਤ ਨਹੀਂ ਰਹਿ ਜਾਂਦੀ, ਬਲਕਿ ਦ੍ਰਿਸ਼ਟੀ ਦੀ ਦ੍ਰਿਸ਼ਟਤਾ ਦਾ ਤਲ ਪਰਤ ਦਰ ਪਰਤ ਹੋਰ ਦੀ ਹੋਰ ਡੂੰਘਾਈ ਵਿੱਚ ਉਤਰਦਾ ਜਾਂਦਾ ਹੈ। ਇਸ ਗੱਲ ਨੂੰ ਸਮਝਣ ਦੇ ਲਈ ਉਦਾਹਰਣ ਲੈਂਦੇ ਹਾਂ ਬ੍ਰਹਿਮੰਡ ਦੇ ਇੱਕ ਛੋਟੇ ਜਿਹੇ ਹਿੱਸੇ ਇਸ ਪਿੰਡ ਪ੍ਰਾਣ ਭਾਵ ਮਨੁੱਖਾ ਦੇਹੀ ਦੀ। ਅੱਖ ਦੀ ਨਿਹਾਰ ਪਹਿਲੀ ਨਜ਼ਰੇ ਨਿਹਾਰਦੀ ਏ ਚਮੜੀ ਦੀ ਉਸ ਪਹਿਲੀ ਪਰਤ ਨੂੰ, ਜਿਹੜੀ ਚਮੜੀ ਆਪਣੇ ਕਲਾਵੇ ਵਿੱਚ ਚਮਦੀਆਂ ਕਈ ਪਰਤਾਂ ਨੂੰ ਲਪੇਟੀ ਬੈਠੀ ਆ। ਜੇ ਗੱਲ ਕਰੀਏ ਬਾਹਰੀ ਸਰੀਰਕ ਬਣਤਰ ਦੇ ਅੰਗਾਂ ਦੀ ਤਾਂ ਸਿਰ ਤੋਂ ਪੈਰਾਂ ਤੱਕ ਨਜ਼ਰੀ ਆਉਂਦੀ ਇਸ ਮਨੁੱਖੀ ਕਾਇਆ ਨੂੰ ਨਿਹਾਰਨਾ ਮਨੁੱਖੀ ਅੱਖ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਕਾਇਆ ਦੀ ਬਾਹਰੀ ਦਿੱਖ ਨੂੰ ਤਾਂ ਅੱਖ ਦੀ ਦ੍ਰਿਸ਼ਟੀ ਨੇ ਪਹਿਲੀ ਸੱਟੇ ਹੀ ਨਿਹਾਰ ਲਿਆ। ਪਰ ਇਸ ਤੋਂ ਅੱਗੇ, ਕਿਉਂਕਿ ਇਸ ਬਾਹਰੀ ਪਰਤ ਦੇ ਹੇਠ ਦਿਲ, ਦਿਮਾਗ, ਗੁਰਦੇ, ਪਿੱਤਾ, ਕਿਡਨੀਆਂ, ਫੇਫੜੇ, ਮੈਦਾ, ਹੱਡ, ਨਾੜੀਆਂ, ਖੂਨ, ਹੋਰ ਕਈ ਐਸੀਆਂ ਪਰਤਾਂ ਜੋ ਭਾਵੇਂ ਚਮੜੀ ਦੀ ਪਰਤ ਹੇਠ ਹੋਣ ਕਾਰਨ ਸਿੱਧੇ ਰੂਪ ਵਿੱਚ ਦ੍ਰਿਸ਼ਟੀ ਦੀ ਦ੍ਰਿਸ਼ਟਤਾ ਤਾਂ ਨਹੀਂ ਬਣਦੀਆਂ, ਪਰ ਵਿਗਿਆਨਕ ਨਿਰਮਾਣ ਦੁਆਰਾ ਨਿਰਮਾਣਿਤ ਹੋਈ ਵਿਗਿਆਨਕ ਦ੍ਰਿਸ਼ਟੀ ਦੁਆਰਾ ਇਹਨਾਂ ਭੌਤਿਕ ਅੱਖਾਂ ਦੀ ਦ੍ਰਿਸ਼ਟੀ ਬਣ ਉਤਰਦੀਆਂ ਨੇ। ਕਿਉਂਕਿ ਵਿਗਿਆਨਕ ਕਾਢਾਂ ਦੁਆਰਾ ਸਕੈਨਰਜ਼ ਮਸ਼ੀਨਾਂ ਜਿਵੇਂ ਅਲਟਰਾਸਾਊਂਡ, MRI ਮਸ਼ੀਨਸ, PET, CT ਸਕੈਨਰਜ਼, ਐਕਸ-ਰੇ ਮਸ਼ੀਨਸ ਦੁਆਰਾ ਚਮੜੀ ਦੀ ਪਰਤ ਥੱਲੇ ਦੀਆਂ ਕਈ ਪਰਤਾਂ ਨੂੰ ਵਿਗਿਆਨ ਦ੍ਰਿਸ਼ਟੀ ਅੱਖ ਦ੍ਰਿਸ਼ਟੀ ਤੱਕ ਲੈ ਆਉਂਦੀ ਹੈ। ਕਿਉਂਕਿ ਅੱਖ ਦ੍ਰਿਸ਼ਟੀ ਦਾ ਨਿਹਾਰਨਾ ਤਾਂ ਸਿਰਫ ਬਾਹਰੀ ਪਰਤ ਤੇ ਹੀ ਖਲੋ ਜਾਂਦਾ ਆ, ਪਰ ਬਾਹਰੀ ਦ੍ਰਿਸ਼ਟਤਾ ਤੋਂ ਹੇਠਾਂ ਦੀਆਂ ਪਰਤਾਂ ਨੂੰ ਵਿਗਿਆਨਕ ਦ੍ਰਿਸ਼ਟੀ ਦੁਆਰਾ ਵੇਖਿਆ ਜਾ ਸਕਦਾ ਆ। ਇਸ ਪਿੰਡ ਪ੍ਰਾਣ ਤੋਂ ਲੈ ਕੇ ਪੂਰੀ ਸ੍ਰਿਸ਼ਟੀ, ਪੂਰੇ ਬ੍ਰਹਿਮੰਡ ਵਿੱਚ ਮੌਜੂਦ ਉਹ ਹਰ ਛੋਟੇ ਤੋਂ ਛੋਟਾ ਕਣ ਜੋ ਭਾਵੇਂ ਸਿੱਧੇ ਰੂਪ ਵਿੱਚ ਅੱਖ ਦੀ ਦ੍ਰਿਸ਼ਟੀ ਤੋਂ ਬਚਿਆ ਹੀ ਰਹਿ ਜਾਵੇ, ਪਰ ਵਿਗਿਆਨਕ ਖੋਜ ਦੇ ਯੰਤਰਾਂ ਦੁਆਰਾ ਜਾਂ ਕਹਿ ਲਓ ਵਿਗਿਆਨਕ ਦ੍ਰਿਸ਼ਟੀ ਦੁਆਰਾ ਜਦੋਂ ਅੱਖ ਦ੍ਰਿਸ਼ਟੀ ਦੀ ਦ੍ਰਿਸ਼ਟਤਾ ਵਿੱਚ ਆ ਜਾਵੇ ਤਾਂ ਫਿਰ ਉਹ ਵੀ ਦ੍ਰਿਸ਼ਟੀ ਦਾ ਹੀ ਹਿੱਸਾ ਕਿਹਾ ਜਾ ਸਕਦਾ ਆ, ਕਿਉਂਕਿ ਵਿਗਿਆਨ ਵਿਚਲਾ ਗਿਆਨ ਭੌਤਿਕ ਦ੍ਰਿਸ਼ਟੀ ਨਾਲ ਹੀ ਸੰਬੰਧਿਤ ਆ। ਇਸ ਅੱਖ ਦ੍ਰਿਸ਼ਟੀ ਤੋਂ ਵਿਗਿਆਨ ਦ੍ਰਿਸ਼ਟੀ ਭਾਵੇਂ ਕਿਤੇ ਬਰੀਕ ਆ, ਪਰ ਰੁਕ ਉਹ ਵੀ ਦ੍ਰਿਸ਼ਟਤਾ ਤੇ ਆ ਕੇ ਹੀ ਜਾਂਦੀ ਹੈ। ਤੇ ਹੁਣ ਵਿਗਿਆਨ ਦ੍ਰਿਸ਼ਟੀ ਤੋਂ ਅੱਗੇ ਦੀ ਗੱਲ ਕਰਦਿਆਂ ਤੁਰਦਿਆਂ ਉਹਨਾਂ ਅਕਲ ਦੀਆਂ ਬਰੀਕੀਆਂ ਦੀ ਗੱਲ ਵੱਲ, ਜੋ ਬਰੀਕੀਆਂ ਗਿਆਨ ਦ੍ਰਿਸ਼ਟੀ ਦੁਆਰਾ ਦ੍ਰਿਸ਼ਟ ਤੋਂ ਪਾਰ ਜਾਂ ਅਦ੍ਰਿਸ਼ਟਤਾ ਤੱਕ ਪਹੁੰਚਦੀਆਂ ਨੇ। ਭਾਵ ਉਹ ਦ੍ਰਿਸ਼ਟੀ ਜੋ ਪਿੰਡ ਪ੍ਰਾਣ ਕੁਦਰਤ ਕਾਇਨਾਤ ਦੀਆਂ ਸਭ ਸਥੂਲ ਪਰਤਾਂ ਤੋਂ ਪਾਰ ਹੋ ਕੇ ਸੂਖਮ ਤੱਕ ਪਹੁੰਚ ਅਣਦਿੱਖਦੀ ਸੂਖਮ ਸਤਾ ਨੂੰ ਅਨੁਭਵ ਕਰਨ ਦੀ ਸਮਤਾ ਰੱਖਦੀ ਹੈ। ਅੱਖ ਦ੍ਰਿਸ਼ਟੀ ਜੋ ਨਾ ਵੇਖ ਸਕੇ ਉਹ ਵਿਗਿਆਨ ਦ੍ਰਿਸ਼ਟੀ ਦੇ ਯੰਤਰਾਂ ਦੀ ਨਜ਼ਰੇ ਆ ਜਾਂਦਾ ਆ, ਪਰ ਜਿੱਥੇ ਜਾ ਕੇ ਅੱਖ ਦ੍ਰਿਸ਼ਟੀ ਤੇ ਵਿਗਿਆਨ ਦ੍ਰਿਸ਼ਟੀ ਦੋਵਾਂ ਦੀ ਪਹੁੰਚ ਨਹੀਂ ਪਹੁੰਚਦੀ, ਗਿਆਨ ਦ੍ਰਿਸ਼ਟੀ ਉਹਨਾਂ ਬਰੀਕੀਆਂ ਨੂੰ ਬੁੱਧ ਸਰੂਪ ਜੰਤਰ ਦੁਆਰਾ ਬੁੱਝ ਕੇ ਅਨੁਭਵ ਦੀ ਗਹਿਰਾਈ ਤੋਂ ਮਾਣ ਲੈਂਦੀ ਹੈ। ਕਿਉਂਕਿ ਗਿਆਨ ਦ੍ਰਿਸ਼ਟੀ ਦ੍ਰਿਸ਼ਟਤਾ ਤੋਂ ਪਾਰ ਜਾ ਕੇ ਅਦ੍ਰਿਸ਼ਟਤਾ ਦੀ ਸਤਾ ਦਾ ਅਨੁਭਵ ਕਰਦੀ ਹੈ, ਜੋ ਸਤਾ ਇਸ ਪੂਰੇ ਬ੍ਰਹਿਮੰਡ, ਕਾਇਨਾਤ ਤੇ ਕੁਦਰਤ ਦੇ ਪਿੱਛੇ ਕਾਦਰ ਦੀ ਆ ਤੇ ਇਸ ਮਨੁੱਖੀ ਪਿੰਡ ਪ੍ਰਾਣ ਦੀ ਭੂਤਕ ਸਤਾ ਦੇ ਪਿੱਛੇ ਆਤਮ ਤੇ ਆਤਮ ਦੇ ਮੂਲ ਪਰਮਾਤਮ ਦੀ ਆ।
ਜਿਸ ਸਤਾ ਤੱਕ ਅੱਖ ਦ੍ਰਿਸ਼ਟੀ ਤੇ ਵਿਗਿਆਨ ਦ੍ਰਿਸ਼ਟੀ ਦੋਵਾਂ ਦਾ ਹੀ ਪਹੁੰਚਣਾ ਅਸੰਭਵ ਜਿਹੀ ਗੱਲ ਆ। ਪੰਜਵੇਂ ਪਾਤਸ਼ਾਹ ਫੁਰਮਾਨ ਕਰਦੇ ਨੇ, ਕਹਿੰਦੇ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਪਿਰੀ। ਉਹ ਭੌਤਿਕਤਾ ਦੀ ਨਹੀਂ ਭੀਤਰ ਦੀ ਅੱਖ ਆ, ਉਹ ਅੰਜਨ ਦੀ ਨਹੀਂ ਨਿਰੰਜਨ ਦੀ ਅਨੁਭਵਤਾ ਆ। ਉਹ ਅੱਖ ਦੀ ਨਹੀਂ ਗਿਆਨ ਦੀ ਦ੍ਰਿਸ਼ਟੀ ਆ, ਬੌਧ ਦੀ ਦ੍ਰਿਸ਼ਟੀ ਆ, ਜਿਸ ਦ੍ਰਿਸ਼ਟੀ ਦਾ ਪ੍ਰਗਟਾ ਕਿਸੇ ਬਾਹਰੀ ਗਿਆਨ ਤੋਂ ਨਹੀਂ ਬਲਕਿ ਨਿਜ ਬੌਧ ਚੋਂ, ਨਿਜ ਗਿਆਨ ਚੋਂ, ਨਿਜ ਦੀ ਖੋਜ ਚੋਂ ਹੁੰਦਾ ਆ। ਨਿਜ ਦੇ ਖੋਜੀ ਬਣਿਆ ਜਿਸ ਪਾਰਦਰਸ਼ੀ ਦ੍ਰਿਸ਼ਟੀ ਨੇ ਸਭ ਪਰਤਾਂ ਤੋਂ ਹੇਠਾਂ ਜਾ ਆਤਮਕ ਸਤਾ ਨੂੰ ਨਿਹਾਰਿਆ, ਫਿਰ ਉਸੇ ਹੀ ਗਿਆਨ ਦ੍ਰਿਸ਼ਟੀ ਨੇ ਆਤਮਕ ਸਤਾ ਦੇ ਖੋਜੀਆਂ ਨੂੰ ਰਾਹ ਵਿਖਾਇਆ ਆਤਮ ਰੂਪ ਤੋਂ ਪਰਮਾਤਮ ਸਰੂਪ ਤੱਕ ਪਹੁੰਚਣ ਦਾ। ਤਤ ਤੋਂ ਨਾਦ ਤੇ ਨਾਦ ਤੋਂ ਸੱਤ ਦੀ ਸਿਖਰਤਾ ਤੱਕ ਅੱਪੜ ਸਭ ਗੁਪਤ ਪ੍ਰਗਟ ਰਾਹਾਂ ਨੂੰ ਨਿਹਾਰਨ ਦਾ। ਪਹਿਲੇ ਪਾਤਸ਼ਾਹ ਕਹਿੰਦੇ ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੈ ਠਾਏ। ਉਮਰ ਦੇ ਤਕਾਜ਼ੇ ਨਾਲ ਜਾਂ ਕਿਸੇ ਕਾਰਨ ਕਰਕੇ ਅੱਖ ਦ੍ਰਿਸ਼ਟੀ ਧੁੰਦਲੀ ਵੀ ਪੈ ਜਾਂਦੀ ਆ ਤੇ ਅੱਖ ਦ੍ਰਿਸ਼ਟੀ ਦੀ ਦ੍ਰਿਸ਼ਟਤਾ ਵੀ ਰੁਕ ਜਾਂਦੀ ਆ, ਪਰ ਆਤਮਕ ਸਤਾ ਤੇ ਪੁੱਜ ਗਿਆਨ ਦ੍ਰਿਸ਼ਟੀ ਨਾਲ ਨਿਹਾਰਨ ਵਾਲਿਆਂ ਦੀ ਦ੍ਰਿਸ਼ਟੀ ਸਦਾ ਸਮਤਲ ਰਹਿ ਧੁਰ ਤੱਕ ਦੇ ਰਾਹ ਨੂੰ ਖੁਦ ਵੀ ਨਿਹਾਰ ਲੈਂਦੀ ਆ ਤੇ ਬਾਕੀਆਂ ਲਈ ਵੀ ਚਾਨਣ ਮੁਨਾਰਾ ਬਣ ਅਗਿਆਨਤਾ ਦਾ ਹਨੇਰਾ ਦੂਰ ਕਰ ਗਿਆਨ ਦਾ ਪ੍ਰਕਾਸ਼ੀ ਰਾਹ ਵਿਖਾਉਂਦੀ ਆ। ਤੇ ਜਿਨ੍ਹਾਂ ਰੱਬੀ ਰਹਿਬਰਾਂ ਨੇ ਆਤਮਕ ਸਤਾ ਦੀ ਗਹਿਰਾਈ 'ਚ ਉਤਰ ਗਿਆਨ ਦ੍ਰਿਸ਼ਟੀ ਦਾ ਪ੍ਰਗਾਸ ਹਾਸਲ ਕਰ ਸਾਡੀ ਅੱਖ ਦ੍ਰਿਸ਼ਟੀ ਦੇ ਸਾਹਮਣੇ ਆਪਣੀਆਂ ਰਚਨਾਵਾਂ ਦੁਆਰਾ ਉਹ ਧੁਰ ਦਾ ਇਲਹਾਮ ਗੁਰੂ ਗੁਰਬਾਣੀ ਜਾਂ ਕਿਸੇ ਹੋਰ ਕਲਮ ਕਲਾਮ ਦੁਆਰਾ ਸਾਡੇ ਤੱਕ ਪਹੁੰਚਾਇਆ, ਉਸ ਇਲਹਾਮ ਨੂੰ ਸੋਚ ਦੀ ਉਸੇ ਹੀ ਗਹਿਰਾਈ ਵਿੱਚ ਉਤਰ ਕੇ ਪੜ੍ਹਨ ਸਮਝਣ ਤੇ ਵਾਚਣ ਦੀ ਕੋਸ਼ਿਸ਼ ਕਰੀਏ ਜਿਸ ਗਹਿਰਾਈ ਤੋਂ ਉਹਨਾਂ ਨੇ ਬਿਆਨਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਪ੍ਰੈਕਟੀਕਲ ਨੂੰ ਪ੍ਰੈਕਟੀਕਲ ਕਰਕੇ ਹੀ ਸਮਝਿਆ ਜਾ ਸਕਦਾ ਆ, ਸਿਰਫ ਪੜ੍ਹਨ ਤੱਕ ਸੀਮਤ ਰਹਿ ਕੇ ਨਹੀਂ। ਇਸ ਲਈ ਆਓ ਰੱਬੀ ਰਹਿਬਰਾਂ ਦੇ ਰੱਬੀ ਇਲਹਾਮ ਨੂੰ ਅੱਖ ਦ੍ਰਿਸ਼ਟੀ ਦੁਆਰਾ ਨਿਹਾਰ ਕੇ ਜਿੱਥੇ ਅਸੀਂ ਕੁਝ ਪੜ੍ਹਨ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉੱਥੇ ਅੱਖ ਵਧਾ ਕੇ ਧਿਆਨ ਦੁਆਰਾ ਆਤਮਕ ਸਤਾ ਦੀ ਉਸ ਗਹਿਰਾਈ ਤੇ ਉਤਰਨ ਦੀ ਵੀ ਕੋਸ਼ਿਸ਼ ਕਰੀਏ ਜਿੱਥੇ ਉਤਰ ਕੇ ਗਿਆਨ ਦ੍ਰਿਸ਼ਟੀ ਦੇ ਪ੍ਰਗਾਸ ਦੁਆਰਾ ਧੁਰ ਦਾ ਰਾਹ ਨਿਹਾਰਨ ਦੀ ਦ੍ਰਿਸ਼ਟਤਾ ਉਜਾਗਰ ਹੁੰਦੀ ਏ। ਸਤਿ ਸ੍ਰੀ ਅਕਾਲ ਜੀ।